आवाज मेरे ख्याल पिछे हाँ जी। टेक्नीशियन की गलती आ गई करके आ रह गई गई। हाँ जी आ हाँ जी, गई वो आ गई। टेक्नीशियन को ऑन करनी भुल गए जी पिछों। तो एक बार फिर ਤੁਹਾਡਾ ਕਰਦੇ ਹਾਂ ਜੀ ਸਵਾਗਤ। ਮਿਹਰਬਾਨੀ। ਭਾਈ ਸਾਹਿਬ, ਪੰਜਾਬ ਦੀ ਗੱਲ ਕਰੀਏ ਤਾਂ ਨਵੀਂ ਸਰਕਾਰ, ਨਵਾਂ ਮਾਹੌਲ ਤੇ ਖਬਰਾਂ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਆਪਾਂ ਨੂੰ ਨਜ਼ਰ ਆਉਂਦੀਆਂ ਨੇ। ਕੋਈ ਵੀਡੀਓ ਆ ਰਹੀਆਂ ਨੇ, ਕੋਈ ਕਰਪਸ਼ਨ ਵਾਲੀਆਂ, ਕੋਈ ਕਿਸੇ ਨੂੰ ਫੜ ਰਿਹਾ, ਕੁਝ ਹੋ ਰਿਹਾ। ਇਹ ਕਈ ਵਾਰ ਇਦਾਂ ਲੱਗਦਾ ਕਿ ਜਿੱਦਾਂ ਸਰਕਾਰ ਨਹੀਂ ਚੱਲਦੀ ਉੱਥੇ ਆਪਾਂ ਤਾਂ ਪੀਜੀ ਪੈ ਗਈ ਕੁਛ, ਜਿਹਦਾ ਜਿਉ ਜੀ ਕਰਦਾ ਉਹੀ ਕਰੀ ਜਾਂਦਾ ਨਾ। ਤੇ ਅਜੇ ਮੈਂ ਇਹ ਕਹਿਣਾ ਚਾਹੁੰਦਾ ਵੀ ਆਮ ਆਦਮੀ ਪਾਰਟੀ ਦਾ ਤੇ ਕਸੂਰ ਆ, ਜਿਹਨੂੰ ਅਸੀਂ ਜਾਗਰਤੀ ਤੇ ਚੇਤਨਾ ਦੀ ਲਹਿਰ ਕਰ ਰਹੇ, ਉਹ ਚੇਤਨਾ ਕਿਤੇ ਜ਼ਿਆਦਾ ਹੀ ਨਹੀਂ ਉੱਪਰ ਕਿ ਆ ਰਹੀ ਕਿ ਜਣਾ ਖਣਾ ਹੀ ਉੱਥੇ ਹੁਕਮਰਾਨ ਬਣ ਗਿਆ। ਐਕਚੁਅਲੀ ਇਦਾਂ ਆ ਜੀ ਕਿ ਲੋਕਾਂ ਨੂੰ ਚਾਅ ਹੀ ਬੜਾ ਸੀਗਾ ਕਿ 92 ਸੀਟਾਂ ਇੱਕ ਪਾਰਟੀ ਨੂੰ ਦਿੱਤੀਆਂ ਤੇ ਇੰਨੀ ਵੱਡੀ ਮੈਜੋਰਟੀ ਨਾਲ ਜਿਤਾਇਆ। ਵੱਡੇ ਵੱਡੇ ਜਿਹੜੇ ਧਨੰਤਰ ਸੀਗੇ, ਜਿਨ੍ਹਾਂ ਬਾਰੇ ਕਦੀ ਕੋਈ ਸੋਚ ਹੀ ਨਹੀਂ ਸਕਦਾ, ਜਿਹੜੇ ਦਾਅਵੇ ਕਰਦੇ ਸੀਗੇ ਵੀ ਅਸੀਂ 25 ਸਾਲ ਰਾਜ ਕਰਨਾ ਜੀ, 50 ਸਾਲ ਰਾਜ ਕਰਨਾ, ਤੇ ਉਹਨਾਂ ਸਾਰਿਆਂ ਨੂੰ ਲੋਕਾਂ ਨੇ ਉਲਟਾ ਮਾਰਿਆ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਚੇਤਨ ਹੋਏ ਆ ਲੋਕ, ਪਰ ਜਿਹੜਾ ਜ਼ਿਆਦਾ ਚਾਅ ਹੁੰਦਾ ਨਾ ਜੀ ਗਿੱਲ ਸਾਹਿਬ, ਉਹ ਵੀ ਕਈ ਵਾਰੀ ਮਹਿੰਗਾ ਪੈਂਦਾ ਆ। ਲੋਕਾਂ ਨੂੰ ਚਾਅ ਇੰਨਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਕਿ ਜਿੱਦਾਂ ਕਹਿੰਦੇ ਵੀ ਜੋੜਦੇ ਤੇ ਉਹ ਮਰਾਸੀਆਂ ਨਾਲ ਆ, ਪਰ ਉਹ ਕਿਸੇ ਨਾਲ ਵੀ ਹੋ ਸਕਦਾ ਆ। ਭਈ ਇਹ ਬੱਚਾ ਜੰਮਿਆ ਤੇ ਉਹਨੂੰ ਨਾ ਸਾਰਾ ਟੱਬਰ, ਜਿੰਨੇ ਉਹਨਾਂ ਦਾ ਕੋੜਮਾ ਸੀਗਾ, ਉਹਨਾਂ ਨੇ ਇਹ ਚੁੰਮ ਚੁੰਮ ਕੇ ਮਾਰ ਦਿੱਤਾ। ਉਸ ਬੱਚੇ ਨੂੰ ਚੁੰਮ ਚੁੰਮ ਕੇ ਮਾਰ ਦਿੱਤਾ, ਇੰਨਾ ਜੀ ਉਹਨਾਂ ਨੂੰ ਚਾਅ ਚੜ ਗਿਆ। ਮੈਨੂੰ ਲੱਗਦਾ ਇਹ ਆ ਬਈ ਇਹ ਪੰਜਾਬ ਦੇ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਚਾਅ ਚੜ ਗਿਆ, ਤੇ ਜਿਹੜੇ ਚੁਣਨ ਵਾਲੇ ਸੀਗੇ ਉਹਨਾਂ ਨੂੰ ਵੀ ਚਾਅ ਚੜਿਆ ਸੀਗਾ, ਜਿਹੜੇ ਚੁਣੇ ਗਏ ਉਹਨਾਂ ਨੂੰ ਵੀ ਚਾਅ ਚੜਿਆ ਸੀਗਾ। ਤੇ ਮੈਨੂੰ ਲੱਗਦਾ ਵੀ ਇਹ ਜਿਹੜਾ ਚਾਅ ਆ ਨਾ, ਇਹ ਉਹਦਾ ਨਤੀਜਾ ਆ। ਵੈਸੇ ਉਦਾਂ 31-32 ਦਿਨ ਦੀ ਸਰਕਾਰ ਦਾ ਨਿਰਣਾ ਇਸ ਤਰ੍ਹਾਂ ਕਰਨਾ ਮੁਸ਼ਕਲ ਆ, ਤੇ ਇੰਨੀ ਛੇਤੀ ਤਾਂ ਸੰਭਲਦਿਆਂ ਚਾਰਜ ਲੈਂਦਿਆਂ ਅਜੇ ਸਾਰੀ ਜਿਹੜੀ ਅਫਸਰਸ਼ਾਹੀ ਆ ਉਹਦੀ ਵੀ ਐਡਜਸਟਮੈਂਟ, ਬਈ ਕਿਹੜੇ ਮਹਿਕਮੇ 'ਚ ਕਿਹੜੇ ਅਫਸਰ ਨੂੰ ਲਾਈਏ, ਉਹ ਸਾਰੀ ਪੂਰੀ ਤਰ੍ਹਾਂ ਇਹ ਨਹੀਂ ਹੋ ਸਕੀ। ਤੇ ਦੂਜੀ ਗੱਲ ਇਹ ਆ ਬਈ ਇਹ 92 ਦੇ 92 MLA ਜਿਹੜੇ ਆ, ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਦਾ, ਪ੍ਰਬੰਧ ਦਾ ਕੋਈ ਤਜਰਬਾ ਨਹੀਂ ਹੈ। ਇਹ ਇੱਕ ਬੜੀ ਵਧੀਆ ਗੱਲ ਆ ਕਿ ਬਹੁ ਗਿਣਤੀ ਜਿਹੜੀ ਆ ਉਹ ਆਮ ਲੋਕਾਂ ਵਿੱਚੋਂ ਆਈ ਆ, ਪਰ ਇਹਦੀ ਇੱਕ ਨੈਗੇਟਿਵ ਗੱਲ ਇਹ ਵੀ ਆ ਕਿ ਉਹਨਾਂ ਕੋਲ ਕੋਈ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ, ਕੋਈ ਪ੍ਰਬੰਧਕੀ ਤਜਰਬਾ ਹੈ ਨਹੀਂਗਾ। ਸੋ ਇੱਕ ਤਾਂ ਇਹ ਆ ਕਿ ਇਹ ਜੇ ਗੈਰ ਤਜਰਬਾਕਾਰ ਆ, ਇਨਕਲੂਡਿੰਗ ਦਾ ਚੀਫ ਮਿਨਿਸਟਰ। ਪਰ ਪਰ ਸਭ ਮੈਂ ਇੱਥੇ ਦੇਖਣਾ ਜਾਣਨਾ ਚਾਹੁੰਦਾ ਹਾਂ ਕਿ ਕਿਉਂਕਿ ਸਿਸਟਮ ਤੇ ਉੱਥੇ ਬੜਾ ਲੰਬਾ ਚੌੜਾ ਆਪਣੇ ਕੋਲ ਹੈ, ਅਫਸਰ ਨੇ, ਪੁਰਾਣੇ ਲੋਕ ਨੇ, ਵਿਧਾਨ ਸਭਾ ਦੇ ਪੁਰਾਣੇ ਲੋਕ, ਸਪੀਕਰ, ਹੋਰ ਲੋਕ ਰਹੇ ਨੇ, ਤੇ ਕੋਈ ਵਰਕਸ਼ਾਪ ਵਗੈਰਾ ਦਾ ਪ੍ਰਬੰਧ ਹੁਣ ਤੱਕ ਕਰਨਾ ਚਾਹੀਦਾ ਸੀ। ਮਹੀਨੇ ਤੋਂ ਉੱਪਰ ਹੋ ਗਿਆ, ਉਹ ਦੌੜਾਂ ਜੋ ਲਾਉਂਦੇ ਫਿਰਦੇ, ਕੋਈ ਸਕੂਲ 'ਚ ਜਾ ਵੜਦਾ, ਕੋਈ ਕਿਤੇ ਜਾ ਵੜਦਾ, ਕੋਈ ਹੱਟੀ ਤੇ ਜਾ ਕੇ ਛਾਪਾ ਮਾਰ ਲੈਂਦਾ, ਤੇ ਖਬਰਾਂ ਲਾਉਣ ਵਾਲੇ ਵੀ ਉਹੋ ਜਿਹੇ ਹੀ ਆ। ਇਹ ਨਹੀਂ ਕਹਿੰਦੇ ਕਿ MLA ਸਾਹਿਬ ਨੇ DC ਸਾਹਿਬ ਦਾ ਆਫਿਸ ਵਿਜ਼ਿਟ ਕੀਤਾ ਤੇ ਉੱਥੇ ਗੱਲਬਾਤ ਕੀਤੀ, ਕਹਿੰਦੇ ਮਾਰਿਆ ਛਾਪਾ, ਹੜਕੰਬ ਮੱਚ ਗਿਆ, ਪਤਾ ਨਹੀਂ ਕਿਹੋ ਜਿਹੀਆਂ ਖਬਰਾਂ ਲੱਗਦੀਆਂ ਨੇ। ਤੇ ਇਹ ਨਾ ਖਬਰਾਂ ਲਾਉਣ ਵਾਲੇ ਵੀ ਤੇ ਉੱਥੇ ਪਹੁੰਚ ਕਰਨ ਵਾਲੇ ਵੀ ਸ਼ਾਇਦ ਇਸ ਗੱਲ 'ਚ ਖੁਸ਼ ਹੁੰਦੇ ਵੀ ਸਾਡੇ ਕੋਲ ਬੜੀ ਪਾਵਰ ਹੈ, ਅਸੀਂ ਕਿਤੇ ਵੀ ਛਾਪਾ ਮਾਰ ਸਕਦੇ ਹਾਂ, ਨਾ ਕੋਈ ਲੱਭੇ ਤੇ ਭਾਵੇਂ ਕਿ ਹੱਟੀ ਦੇ ਮਾਰ ਲਓ। ਗਿੱਲ ਸਾਹਿਬ, ਮੈਨੂੰ ਤਾਂ ਡਰ ਆ ਕਿਤੇ ਸਾਡੇ ਨਾਲ ਇੱਥੇ ਕੋਈ ਬੇਰੀ ਦਾ ਛਾਪਾ ਲਿਆ ਕੇ ਮਾਰਨ। ਤੇ ਇਹਦਾ ਕਾਰਨ ਗਿੱਲ ਸਾਹਿਬ ਇਹ ਆ ਬਈ ਅੱਜ ਦੀ ਤਰੀਕ ਦੇ ਵਿੱਚ ਵੀ ਭਾਵੇਂ ਆਮ ਆਦਮੀ ਪਾਰਟੀ ਦੇ 92 MLA ਚੁਣੇ ਗਏ ਨੇ, ਅੱਜ ਦੀ ਤਰੀਕ ਦੇ ਵਿੱਚ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਂ ਦੀ ਕੋਈ ਆਰਗੇਨਾਈਜੇਸ਼ਨ ਹੈ ਨਹੀਂਗੀ, ਕੋਈ ਜਥੇਬੰਦੀ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਹੈ ਨਹੀਂਗੀ। ਇਹ ਇੱਕ ਬਹੁਤ ਡਰਾ ਬੈਕ ਆ, ਨੈਗੇਟਿਵ ਗੱਲ ਹੈਗੀ ਆ। ਤੁਸੀਂ ਜਿਹੜੀ ਗੱਲ ਕਹੀ ਆ ਉਹ ਬਿਲਕੁਲ ਦਰੁਸਤ ਆ ਕਿ ਜੇ ਨਵੇਂ ਆ ਤਾਂ ਉਹਨਾਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਆ, ਉਹਨਾਂ ਦੀ ਕੋਈ ਵਰਕਸ਼ਾਪ ਲਾਉਣੀ ਚਾਹੀਦੀ ਆ। ਪਰ ਉਹ ਵਰਕਸ਼ਾਪ ਲਾਉਣੀ ਕਿਹਨੇ ਆ? ਉਹ ਕੋਈ ਪਾਰਟੀ ਹੋਵੇ, ਪਾਰਟੀ ਦਾ ਸੰਗਠਨ ਹੋਵੇ, ਪਾਰਟੀ ਦਾ ਸੰਗਠਨ ਇਸ ਗੱਲ ਨੂੰ ਮਹਿਸੂਸ ਕਰਦਾ ਹੋਵੇ, ਮਹਿਸੂਸ ਕਰਕੇ ਉਹ ਕੋਈ ਬੈਠਕ ਕਰਦਾ ਹੋਵੇ, ਬੈਠਕ ਕਰਕੇ ਕੋਈ ਫੈਸਲਾ ਕਰਦਾ ਹੋਵੇ, ਫੈਸਲਾ ਕਰਕੇ ਫਿਰ ਉਹ ਕਵੇ ਭਈ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ। ਹੁਣ ਬਦਕਿਸਮਤੀ ਇਹ ਆ ਕਿ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਬਾਰ-ਬਾਰ ਆਪਾਂ ਨੂੰ ਗੱਲ ਕਰਨੀ ਪੈਂਦੀ ਆ, ਦੁਨੀਆ ਜਾਣਦੀ ਆ, ਜੱਗ ਜਾਣਦਾ,
ਉਹ ਪੰਜਾਬ ਤੋਂ ਚੱਲਦੀ ਨਹੀਂ ਗੀ, ਉਹ ਚੱਲਦੀ ਹੈ ਦਿੱਲੀ ਤੋਂ। ਤੇ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਨਾਂ ਦੀ ਕੋਈ ਸੰਸਥਾ, ਕੋਈ ਜਥੇਬੰਦੀ ਹੈ ਨਹੀਂ ਗੀ। ਪਰ ਸਰ ਤਿੰਨ ਵਾਰੀ ਉਹ ਪਾਵਰ 'ਚ ਆ ਗਏ ਆ। ਘੱਟੋ ਘੱਟ ਮੰਤਰੀ, ਕੁਝ ਲੋਕ, ਉਹਨਾਂ ਨੂੰ ਨਿਯਮ, ਵਿਧਾਨ ਸਭਾ ਚਲਾਉਣ ਦੀ ਕਾਰਵਾਈ ਦੇ ਨਿਯਮ, ਉਹ ਘੱਟੋ ਘੱਟ ਉੱਥੋਂ ਹੀ ਕੋਈ ਬੰਦੇ ਘੱਲ ਕੇ ਇਹਨਾਂ ਨੂੰ ਟ੍ਰੇਨਿੰਗ ਦੇ ਦੇਣ। ਜੇ ਇਹ ਜੋ ਅਫਸਰਾਂ ਨੂੰ ਸੱਦ ਕੇ ਜੋ ਟ੍ਰੇਨਿੰਗ ਉੱਥੇ ਹੁੰਦੀ ਆ ਘੰਟੇ 2 ਘੰਟੇ ਦੀ, ਤੇ ਜਿਹੜੇ ਉੱਥੇ ਸੀਨੀਅਰ ਉਹਨਾਂ ਦੇ ਕੋਈ ਐਮਐਲਏ ਨੇ, ਮੰਤਰੀ ਨੇ, ਉਹਨਾਂ ਦੀ ਵਾਰੀ ਡਿਊਟੀ ਲਾਉਣ ਕੇ ਜਾ ਕੇ ਐਮਐਲਏ ਦੀਆਂ ਕਲਾਸ ਲਾਉਣ ਤੇ ਉਹਨਾਂ ਨੂੰ ਸਮਝਾਉਣ ਵੀ ਇਦਾਂ ਦਾ ਕੰਮ ਕਰਨਾ। ਜੇ ਇਹਨਾਂ ਨੂੰ ਨਹੀਂ ਭਰੋਸਾ ਕਿਸੇ ਹੋਰ ਤੇ, ਮੈਂ ਤਾਂ ਵੈਸੇ ਸਮਝਦਾ ਕਿ ਜਿਹੜੇ ਪੁਰਾਣੇ ਸਪੀਕਰ, ਭਾਵੇਂ ਅਕਾਲੀ ਦਲ ਦੇ ਜਾਂ ਦੂਜੀ ਪਾਰਟੀਆਂ ਦੇ ਨੇ ਜਾਂ ਕੋਈ ਹੋਰ, ਜਿਹੜੇ ਜਿਨ੍ਹਾਂ ਕੋਲ ਵਿਧਾਨ ਸਭਾ ਦੇ ਮਾਮਲੇ ਰਹੇ ਆ, ਉਹਨਾਂ ਦੀਆਂ ਸੇਵਾਵਾਂ ਲੈਣ 'ਚ ਕੋਈ ਹਰਜ ਨਹੀਂ ਆ ਮੇਰੇ ਖਿਆਲ 'ਚ। ਗਿੱਲ ਸਾਹਿਬ, ਜੇ ਨੀਤ ਠੀਕ ਹੋਏ ਨਾ ਤੇ ਫਿਰ ਨੀਤੀ ਵੀ ਠੀਕ ਬਣ ਜਾਂਦੀ ਆ। ਜਦੋਂ ਨੀਤ ਇਹ ਆ ਵੀ ਅਸੀਂ ਪੰਜਾਬ ਪੱਖੀ ਕੋਈ ਬੰਦਾ ਰਾਜ ਸਭਾ 'ਚ ਨਹੀਂ ਭੇਜਣਾ, ਅਸੀਂ ਪੰਜਾਬ ਦੇ ਅਫਸਰ ਜਿਹੜੇ ਆ ਉਹਨਾਂ ਨੂੰ ਮੁੱਖ ਮੰਤਰੀ ਦੇ ਥੱਲੇ ਰੱਖਣ ਦੀ ਬਜਾਏ ਆਪਣੇ ਥੱਲੇ ਰੱਖਣਾ ਆ, ਇਸ ਕਿਸਮ ਦੀਆਂ ਬਦਨੀਤੀਆਂ ਜਦੋਂ ਹੋਣ ਤਾਂ ਫਿਰ ਇਹ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਨਹੀਂ ਹੁੰਦੀ। ਮੈਂ ਤੁਹਾਨੂੰ ਆਪਣਾ ਇੱਕ ਐਕਸਪੀਰੀਅੰਸ ਦੱਸਣਾ ਆ ਕਿ ਮੈਂ CPIM ਦੇ ਵਿੱਚ ਸੀਗਾ ਤੇ 1972 ਦੇ ਵਿੱਚ CPIM ਦੇ 25 ਪਾਰਲੀਮੈਂਟ ਦੇ ਮੈਂਬਰ ਲੋਕ ਸਭਾ ਦੇ ਵਿੱਚ ਹੁੰਦੇ ਸੀਗੇ। ਯਾਨੀ ਵੱਡਾ ਧੜਾ ਜਿਹੜਾ ਲੋਕ ਸਭਾ ਵਿੱਚ ਸੀਗਾ ਉਹ CPIM ਦਾ ਸੀਗਾ, ਜਿਹਦੀ ਅਗਵਾਈ ਕਾਮਰੇਡ AK ਗੋਪਾਲਨ ਕਰਦੇ ਸੀਗੇ। ਤੇ ਉਹਦੇ ਵਿੱਚ ਜੋਤੀਰਮਯ ਬਾਸੂ ਇੱਕ ਬੜੇ ਵੱਡੇ ਬੁਲਾਰੇ ਪਾਰਲੀਮੈਂਟਰੀਅਨ ਤੌਰ ਤੇ ਜਾਣੇ ਜਾਂਦੇ ਸੀਗੇ। ਤੇ ਉਦੋਂ ਜਿਹੜੇ BJP ਜਿਹਦੀ ਹੁਣ ਗਵਰਨਮੈਂਟ ਆ, ਇਹਨਾਂ ਦੇ ਕੇਵਲ 2 ਪਾਰਲੀਮੈਂਟ ਦੇ ਮੈਂਬਰ ਸੀਗੇ। ਇੱਕ ਸਾਡੇ ਗੁਆਂਢੀ ਉੱਥੇ ਫਿਰੋਜ਼ਸ਼ਾਹ ਰੋਡ ਤੇ ਰਹਿੰਦੇ ਸੀਗੇ ਮਿਸਟਰ ਅਟਲ ਬਿਹਾਰੀ ਵਾਜਪਾਈ, ਤੇ ਇੱਕ ਸੀਗੇ ਬਲਰਾਜ ਮਧੋਕ। ਸੋ ਜਿਹੜੇ CPIM ਦੇ 25 ਮੈਂਬਰ ਸੀਗੇ, ਉਹਨਾਂ ਨੂੰ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਬੁਲਾਇਆ ਜਾਂਦਾ ਸੀਗਾ। ਜਿਹੜੇ ਵੱਡੇ ਲੀਡਰ ਸੀਗੇ, ਜਿਨ੍ਹਾਂ 'ਚ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ, ਕਿਉਂਕਿ ਦਿੱਲੀ ਹੈੱਡਕੁਆਟਰ ਸੀਗਾ ਪਾਰਲੀਮੈਂਟਰੀ ਆਫਿਸ ਦੇ ਵਿੱਚ, ਉਹਨਾਂ ਨੂੰ ਟ੍ਰੇਨਿੰਗ ਦਿੰਦੇ ਸੀਗੇ ਕਿ ਕਿਹੜੇ MP ਨੇ ਕਿਹੜੇ ਵਿਸ਼ੇ ਤੇ ਬੋਲਣਾ, ਕਿਵੇਂ ਬੋਲਣਾ, ਬੋਲਣ ਦਾ ਤਰੀਕਾ ਕੀ ਆ, ਜੋ ਵੀ ਟ੍ਰੇਨਿੰਗ ਦੇਣ ਦੀ ਲੋੜ ਸੀਗੀ ਉਹ ਦਿੰਦੇ ਸੀਗੇ। ਤੇ ਤੁਹਾਡੀ ਗੱਲ ਬਿਲਕੁਲ ਦਰੁਸਤ ਆ ਕਿ ਤੀਸਰੀ ਵਾਰੀ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਬਣੇ ਆ ਦਿੱਲੀ ਦੇ, ਤੇ ਉਹ ਖੁਦ ਜਾਂ ਉਹਨਾਂ ਦੇ ਜਿਹੜੇ ਸੀਨੀਅਰ ਲੀਡਰ ਨੇ ਉਹ ਕੋਈ ਆ ਕੇ ਇਹਨਾਂ ਨੂੰ ਟ੍ਰੇਨਿੰਗ ਦੇ ਸਕਦੇ ਜਾਂ ਕੋਈ ਹੋਰ ਤਰੀਕਾ ਕੱਢਦੇ। ਤੇ ਇਹ ਜਿਹੜੇ ਦਿੱਲੀ ਦੇ ਵੀ ਲੀਡਰ ਨੇ ਸਰਕਾਰ ਦੇ, ਉਹਨਾਂ ਦੇ ਵਿੱਚ ਮੇਰਾ ਖਿਆਲ ਇਹ ਆ ਬਈ ਸਿਰਫ 2 ਜਣੇ ਜਿਹੜੇ ਆ, 2 ਚਿਹਰੇ ਜਿਹੜੇ ਆ ਉਹ ਦਿਖਾਈ ਦਿੰਦੇ ਆ। ਇੱਕ ਕੇਜਰੀਵਾਲ ਸਾਹਿਬ ਨੇ, ਇੱਕ ਸਿਸੋਦੀਆ ਸਾਹਿਬ ਨੇ। ਸੋ ਇਹ ਪੰਜਾਬ ਲਈ ਬੜੀ ਬਦਕਿਸਮਤੀ ਵਾਲੀ ਗੱਲ ਹੈਗੀ ਆ ਕਿ ਪਾਰਟੀ ਹੈਗੀ ਆ ਪਰ ਪਾਰਟੀ ਦਾ ਢਾਂਚਾ ਕੋਈ ਨਹੀਂ। ਹੁਣ ਤੁਸੀਂ ਦੇਖੋ ਅੱਜ ਤੱਕ ਅਸੈਂਬਲੀ ਦਾ ਸੈਸ਼ਨ 2 ਵਾਰੀ ਹੋ ਚੁੱਕਿਆ। ਹਾਂਜੀ, ਪਹਿਲਾਂ ਸਹੁੰ ਚੁੱਕੀ ਤੇ ਬਜਟ ਪੇਸ਼ ਹੋਇਆ, ਫਿਰ ਦੂਜੀ ਵਾਰੀ ਸਪੈਸ਼ਲ ਸੈਸ਼ਨ ਹੋਇਆ। ਕਿਤੇ ਤੁਸੀਂ ਸੁਣਿਆ ਵੀ ਆਮ ਆਦਮੀ ਪਾਰਟੀ ਦੀ ਮੀਟਿੰਗ ਵੀ ਹੋਈ ਹੋਵੇ? ਜਿਹੜੇ ਉਹਨਾਂ ਦੇ ਪਾਰਲੀਮੈਂਟਰੀ ਗਰੁੱਪ ਦੇ ਹੈਗੇ ਆ, ਉਹਨਾਂ ਦੀ ਵੀ ਮੇਰਾ ਖਿਆਲ ਕਿਤੇ ਮੀਟਿੰਗ ਨਹੀਂ ਹੋਈ। ਤੇ ਪਾਰਟੀ ਦੀ ਮੀਟਿੰਗ ਹੋਣੀ ਤਾਂ ਇੱਕ ਪਾਸੇ ਰਹੀ। ਪਾਰਟੀ ਕਾਹਦੇ ਲਈ ਹੁੰਦੀ ਆ? ਪਾਰਟੀ ਨੇ ਜਿਹੜੀ ਸਰਕਾਰ ਚਲਾਉਣੀ ਆ ਉਹਨੂੰ ਗਾਈਡ ਕਰਨਾ ਹੁੰਦਾ ਆ। ਤੇ ਜੇ ਪਾਰਟੀ ਦਾ ਸੁਪਰੀਮੋ ਆਪ ਹੀ ਰਾਜ ਚਲਾਉਣ ਦੀ ਪ੍ਰਵਿਰਤੀ ਰੱਖਦਾ ਹੋਵੇ, ਸੋ ਇਹ ਮੈਂ ਸਮਝਣਾ ਜੀ ਪੰਜਾਬ ਦੀ ਬਦਕਿਸਮਤੀ ਆ, ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਆ। ਔਰ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਇਸ ਪੱਖੋਂ ਆ ਕਿ ਇਹ ਅਸਮਾਨ ਤੋਂ ਡਿੱਗਾ ਖਜੂਰ ਤੇ ਅਟਕਿਆ। ਉਹਨਾਂ ਨੇ ਉਹ ਮਸਾਂ ਹੀ ਗਲੋਂ ਲਾਏ ਸੀਗੇ ਜਿਹੜੇ ਪੁਰਾਣੇ ਘਾਗ ਸੀਗੇ। ਤੇ ਜੇ ਹੁਣ ਵੀ ਉਹਨਾਂ ਦੀ ਉਹ ਹਾਲਤ ਹੋਣੀ ਆ, ਅਨਟ੍ਰੇਨਡ, ਗਿੱਲ ਸਾਹਿਬ ਕਿੰਨਾ ਕੁ ਚਿਰ ਰਹਿੰਦਾ ਆ ਬੰਦਾ? ਤੁਸੀਂ ਵੀ ਅਪ੍ਰੈਂਟਿਸਸ਼ਿਪ ਕੀਤੀ ਹੋਊਗੀ, ਜਦੋਂ ਤੁਸੀਂ ਨੌਕਰੀ ਜੁਆਇਨ ਕੀਤੀ ਹੋਊਗੀ, ਮਹਿਕਮੇ ਦੇ ਵਿੱਚ ਕੰਮ ਕੀਤੇ ਹੋਣਗੇ, ਤੁਹਾਨੂੰ ਇਹ ਤਾਂ ਨਹੀਂ ਵੀ ਮਤਲਬ ਕਿਤੇ ਸਿਖਾਂਦਰੂ ਲਾਇਆ ਹੋਏਗਾ, ਕਿਤੇ ਮਹਿਕਮੇ ਦੇ ਵਿੱਚ ਭੇਜਿਆ ਹੋਏਗਾ ਵੀ ਤੁਸੀਂ ਇੱਥੇ ਕੰਮ ਸਿੱਖੋ
ਤੇ ਇਹ ਕੰਮ ਸਿੱਖਣ ਸਿਖਾਉਣ ਵਾਲੀ ਜਿਹੜੀ ਗੱਲ ਆ ਨਾ, ਇਹ ਬਹੁਤ ਜ਼ਰੂਰੀ ਆ। ਤੇ ਇਹ ਪੰਜਾਬ ਦੇ ਲੋਕ ਜਿਹੜੇ ਆ ਜੀ, ਉਹ ਇਸ ਗੱਲ ਦਾ ਖਮਿਆਜਾ ਭੁਗਤ ਰਹੇ ਆ। ਔਰ ਤੁਸੀਂ ਦੇਖੋ, ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਹਿਸਾਬ ਦੇਖੋ। ਡਾਕਟਰ ਬਲਜੀਤ ਕੌਰ ਜਿਹੜੇ ਮਲੋਟ ਤੋਂ MLA ਬਣੇ ਆ, ਤੇ ਪੰਜਾਬ ਦੇ ਸਿਹਤ ਮੰਤਰੀ ਨੇ, ਤੇ ਬਾਲ ਵਿਕਾਸ ਤੇ ਇਸਤਰੀ ਵਿਭਾਗ ਦੇ ਵੀ, ਉਹਨਾਂ ਦੀ ਪਾਰਟੀ ਦੇ ਬੰਦੇ ਉਹਨਾਂ ਦੇ ਖਿਲਾਫ ਜਾ ਕੇ ਧਰਨਾ ਲਾ ਕੇ ਬਹਿ ਗਏ। ਤੇ ਉਹਨਾਂ ਨੂੰ ਉਹਨੇ ਵੀ ਕਿਹਾ, ਬਲਜੀਤ ਕੌਰ ਨੇ ਵੀ ਭਾਈ ਤੁਸੀਂ ਆਓ, ਗੱਲ ਕਰੋ, ਤੁਹਾਡਾ ਕੀ ਗਿਲਾ ਕੀ ਸ਼ਿਕਵਾ। ਸਟੇਟ ਵੱਲੋਂ ਵੀ ਕਿਹਾ ਗਿਆ, ਮੁੱਖ ਮੰਤਰੀ ਨੇ ਵੀ ਕਿਹਾ ਹੋਊਗਾ, ਉਹ ਮੰਨੇ ਹੀ ਨਹੀਂ ਜੀ। ਜਿਹੜੇ ਉਹਨਾਂ ਦੇ ਵਰਕਰ ਸੀਗੇ, ਹਾਰ ਕੇ ਉਹਨਾਂ ਨੂੰ 2-3 ਨੂੰ ਸਸਪੈਂਡ ਕਰਨਾ ਪਿਆ। ਸੋ ਜਿਹੜੀ ਪਾਰਟੀ ਦੀ ਇਹ ਹਾਲਤ ਹੋਵੇ ਕਿ ਉਹਦਾ ਕੋਈ ਸਟੇਟ ਦਾ ਢਾਂਚਾ ਹੀ ਨਾ ਹੋਵੇ, ਉਹਦਾ ਕੋਈ ਸੈਂਟਰ ਦਾ ਢਾਂਚਾ ਹੀ ਨਾ ਹੋਵੇ, ਤੇ ਵਰਕਰ ਜਿਹੜੇ ਆ ਉਹ ਜਿਹੜੀਆਂ ਗੱਲਾਂ ਅੰਦਰ ਬਹਿ ਕੇ ਕਰਨੀਆਂ ਚਾਹੀਦੀਆਂ, ਤੁਸੀਂ MLA ਨਾਲ ਜਾਂ ਆਪਣੇ ਮੰਤਰੀ ਨਾਲ ਮੀਟਿੰਗ ਕਰਕੇ ਉਹਨੂੰ ਦੱਸ ਸਕਦੇ ਹੋ, ਸਲਾਹ ਦੇ ਸਕਦੇ ਹੋ, ਉਹਦੀ ਆਲੋਚਨਾ ਵੀ ਕਰ ਸਕਦੇ ਹੋ ਜੇ ਲੋੜ ਪਏ। ਤੇ ਜੇ ਉਹ ਆਪ ਹੀ ਉਹਨਾਂ ਦੇ ਖਿਲਾਫ ਧਰਨੇ ਲਾਉਣ ਲੱਗ ਜਾਣਗੇ, ਤੇ ਉਹ ਫਿਰ ਸਰਕਾਰ ਜਿਹੜੀ ਆ ਉਹ ਕਿਵੇਂ ਚੱਲੇਗੀ। ਸੋ ਇਹ ਜਿਹੜੀ ਘਾਟ ਆ ਗਿੱਲ ਸਾਹਿਬ, ਮੈਂ ਇਹ ਮਹਿਸੂਸ ਕਰਦਾ ਵੀ ਇਹ ਬਹੁਤ ਵੱਡੀ ਆ। ਇਹ ਮੈਨੂੰ ਲੱਗਦਾ ਉਹਨਾਂ ਦੀ ਕੇਂਦਰੀ ਲੀਡਰਸ਼ਿਪ ਦਾ ਸ਼ੁਰੂ ਤੋਂ ਹੀ ਐਟੀਟਿਊਡ ਆ। ਜਿਵੇਂ ਉਹ ਕਹਿੰਦੇ ਆ ਕਿ ਕੱਢ ਲਓ ਮੋਬਾਈਲ ਤੇ ਬਣਾ ਦਿਓ, ਇਦਾਂ ਫੋਟੋ ਲੈ ਲਓ, ਇੰਜ ਕਰ ਲਓ, ਇੰਜ ਕਰ ਲਓ। ਤੇ ਉਹ ਤਾਂ ਹੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇਹ ਅਨਾਰਕਿਸਟ ਨੇ। ਕੇਜਰੀਵਾਲ ਉਹ ਕਹਿੰਦਾ ਹਾਂ ਮੈਂ ਅਨਾਰਕਿਸਟ ਹਾਂ ਜੀ, ਮੈਂ ਤਾਂ ਇਦਾਂ ਹੀ ਕਰੂੰਗਾ। ਤੇ ਇਦਾਂ ਦੀ ਹੀ ਰੁਚੀ ਥੱਲੇ ਤੱਕ ਉਹਨਾਂ ਨੇ ਮੇਰੇ ਖਿਆਲ ਆਪਣੇ ਵਰਕਰਾਂ ਤੱਕ ਭੇਜੀ ਹੋਈ ਆ, ਜਿਹੜੀ ਹੁਣ ਸਾਹਮਣੇ ਆ ਰਹੀ। ਉਹਨਾਂ ਵਾਸਤੇ ਦਿੱਕਤਾਂ ਖੜੀਆਂ ਕਰੂਗੀ ਵੈਸੇ ਕਿਤੇ ਨਾ ਕਿਤੇ। ਪਰ ਦੂਜੇ ਪਾਸੇ ਜਿਹੜਾ ਡਾਕਟਰ ਬਲਜੀਤ ਕੌਰ ਰਹੀ ਆ, ਉਹਨਾਂ ਦੇ ਐਟੀਟਿਊਡ ਤੇ ਵੀ ਸਵਾਲ ਉਠਾਏ ਜਾ ਰਹੇ ਕਿ ਜਿਹੜੇ ਕਾਂਗਰਸੀ ਤੇ ਅਕਾਲੀਆਂ ਦੇ ਨਾਲ ਹੁੰਦੇ ਸੀ ਲੋਕ, ਉਹ ਹੁਣ ਉਹਨਾਂ ਦੀ ਗੱਡੀ 'ਚ ਬੈਠੇ ਆ, ਤੇ ਜਿਹੜੇ ਪੁਰਾਣੇ ਵਰਕਰ ਆ, ਜਿਹੜੇ ਅਹੁਦੇਦਾਰ ਵੀ ਆ, ਉਹਨਾਂ ਦੀ ਸੁਣਵਾਈ ਕੋਈ ਨਹੀਂ। ਉਹ ਕਹਿੰਦੇ ਅਸੀਂ ਬਾਰ-ਬਾਰ ਕਹਿ ਚੁੱਕੇ ਜੋ ਗੱਲ ਨਹੀਂ ਸੁਣਦੇ, ਤੇ ਫਿਰ ਉਹਨਾਂ ਨੇ ਰੋਸ ਪ੍ਰਦਰਸ਼ਨ ਹੀ ਕਰਨਾ ਜੀ, ਫਿਰ ਹੋਰ ਕੀ ਕਰਨਾ। ਨਹੀਂ, ਰੋਸ ਪ੍ਰਦਰਸ਼ਨ ਉਹ ਕਰਨਾ ਜਿਹੜਾ ਨਾ, ਉਹ ਬੜੀ ਬਾਅਦ ਦੀ ਸਟੇਜ ਆ। ਮੈਂ ਜਿਹੜੀ ਪਹਿਲਾਂ ਗੱਲ ਕੀਤੀ ਹੈ ਨਾ ਗਿੱਲ ਸਾਹਿਬ, ਜੇ ਪਾਰਟੀ ਹੋਵੇ ਤੇ ਪਾਰਟੀ ਡਾਇਰੈਕਸ਼ਨ ਦਿੰਦੀ ਆ MLAs ਨੂੰ, ਮੰਤਰੀ ਨੂੰ, ਉਹਨਾਂ ਨੂੰ ਸਮਝਾਉਂਦੀ ਆ ਵੀ ਤੁਸੀਂ ਆਪਣੇ ਵਰਕਰਾਂ ਦਾ, ਹਰ ਪੋਲੀਟੀਕਲ ਪਾਰਟੀ ਜਿਹੜੀ ਆ, ਕਿਉਂਕਿ ਜਿਹੜਾ ਕਿਸੇ ਵੀ ਪਾਰਟੀ ਦਾ ਮਤਲਬ ਜਿਹੜੀ ਤਾਕਤ ਹੈਗੀ ਆ, ਹਾਂ ਬਿਲਕੁਲ, ਹਰ ਪਾਰਟੀ ਦੀ ਤਾਕਤ ਉਹਦਾ ਵਰਕਰ ਆ, ਜਿਹੜਾ ਲੋਕਾਂ ਦੇ ਵਿੱਚ ਜਾ ਕੇ ਕੰਮ ਕਰਦਾ ਆ। ਇਹ ਗੱਲ ਠੀਕ ਆ ਕਿ ਇੱਕ ਕਲਾਸ ਹੈਗੀ ਆ ਜਿਹੜੀ ਸਰਕਾਰ ਜਿਹਦੀ ਮਰਜ਼ੀ ਹੋਵੇ, ਮੋਢਿਆਂ ਤੇ ਉਹਨਾਂ ਨੇ ਚੜ ਕੇ ਬਹਿਣਾ ਹੁੰਦਾ। ਉਹ ਮਤਲਬ ਪੱਗਾਂ ਦਾ ਰੰਗ ਬਦਲ ਲੈਂਦੇ ਆ, ਉਹ ਕਿਸੇ ਵੇਲੇ ਨੀਲੀਆਂ, ਕਿਸੇ ਵੇਲੇ ਚਿੱਟੀਆਂ। ਹੁਣ ਭਗਤ ਸਿੰਘ ਵਾਲੀ ਜਿਹੜੀ ਕੇਸਰੀ ਇਹਨੇ ਬੰਨੀ ਆ, ਭਗਵੰਤ ਮਾਨ ਨੇ ਉਹ ਵੀ ਬੰਨ ਲੈਂਦੇ ਆ। ਇਹ ਠੀਕ ਆ, ਕੋਈ ਇਦਾਂ ਦੀਆਂ ਗੱਲਾਂ ਹੁੰਦੀਆਂ ਆ। ਜੇ ਗਿੱਲ ਸਾਹਿਬ ਉਹਦਾ ਕੋਈ ਹੱਲ ਕੱਢਣਾ ਨਾ, ਤੇ ਜੇ ਪਾਰਟੀ ਦਾ ਕੋਈ ਢਾਂਚਾ ਹੋਵੇ ਨਾ, ਤੁਸੀਂ ਜ਼ਿਲ੍ਹੇ ਦੀ ਪਾਰਟੀ ਨੂੰ ਸ਼ਿਕਾਇਤ ਕਰੋ, ਤੁਸੀਂ ਸਟੇਟ ਦੀ ਪਾਰਟੀ ਨੂੰ ਸ਼ਿਕਾਇਤ ਕਰੋ, ਉਹਨਾਂ ਨਾਲ ਮਿਲ ਕੇ ਸਲਾਹ ਕਰੋ, ਗੱਲ ਕਰੋ ਵੀ ਦੇਖੋ ਜੀ ਆ ਫਲਾਣਾ ਜਿਹੜਾ MLA ਆ ਨਾ, ਇਹ ਨਹੀਂ ਜੇ ਠੀਕ ਚੱਲ ਰਿਹਾ, ਵਰਕਰਾਂ ਦਾ ਇਹ ਖਿਆਲ ਨਹੀਂ ਜੇ ਰੱਖ ਰਿਹਾ, ਤੇ ਤੁਸੀਂ ਇਹਨੂੰ ਸਮਝਾਓ ਵੀ ਇਹ ਠੀਕ ਤਰੀਕੇ ਨਾਲ ਚੱਲੇ। ਸੋ ਇਹ ਵੀ ਗੈਰ ਤਜਰਬਾਕਾਰੀ ਦੀ ਗੱਲ ਹੈਗੀ ਆ। ਜੇ ਬਲਜੀਤ ਕੌਰ ਕੋਲੋਂ ਕੋਈ ਇਸ ਕਿਸਮ ਦਾ ਐਟੀਟਿਊਡ ਹੋਇਆ ਹੋਵੇ ਤਾਂ ਉਹ ਵੀ ਮੇਰਾ ਖਿਆਲ ਗੈਰ ਤਜਰਬਾਕਾਰੀ ਆ, ਤੇ ਜੇ ਵਰਕਰਾਂ ਵੱਲੋਂ ਹੋਇਆ ਹੋਵੇ ਤਾਂ ਉਹ ਵੀ। ਤੇ ਕਾਰਨ ਉਹਦਾ ਫਿਰ ਲਾ ਪਾ ਕੇ ਉਹੀ ਨਿਕਲ ਆਉਂਦਾ ਕਿ ਪਾਰਟੀ ਦਾ ਕੋਈ ਸਟੇਟ ਦਾ ਢਾਂਚਾ ਹੈ ਨਹੀਂ। ਜੇ ਢਾਂਚਾ ਹੋਵੇ ਤਾਂ ਇਹ ਕੋਈ ਉਹਦਾ ਹੱਲ ਨਿਕਲ ਸਕਦਾ ਆ, ਕਿਉਂਕਿ MLA ਤੇ ਮੰਤਰੀ ਤੇ ਮੁੱਖ ਮੰਤਰੀ ਜਿਹੜਾ ਉਹ ਪਾਰਟੀ ਨਾਲੋਂ ਛੋਟਾ ਆ। ਤੇ ਇੱਥੇ ਕੀਤਾ ਇਹ ਹੈਗਾ ਕਿ ਮੁੱਖ ਮੰਤਰੀ ਓਰੀਐਂਟਡ ਪਾਰਟੀ ਬਣਾਈ ਆ, ਤੇ ਉਹਨੇ ਸਾਰਾ ਕੁਝ ਜਿੱਦਾਂ ਪੁਰਾਣੀਆਂ ਸੱਸਾਂ ਜਿਹੜੀਆਂ ਉਹ ਕੁੰਜੀਆਂ ਨਾਲੇ ਨਾਲ ਬੰਨ੍ਹ ਛੱਡਦੀਆਂ ਸੀ, ਉਹਨੇ ਸਾਰਾ ਆਪਣੇ ਕੋਲ ਰੱਖਿਆ ਵਾ। ਤੇ ਜਿਹੜੇ ਮੰਤਰੀ ਨੇ ਜਾਂ ਮੁੱਖ ਮੰਤਰੀ ਖੁਦ ਵੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਰੀਏ ਕੀ। ਉਹ ਬੌਂਦਲੇ ਹੀ ਫਿਰਦੇ ਨੇ। ਜਿੱਦਾਂ ਤੁਹਾਨੂੰ ਯਾਦ ਹੋਣਾ, ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਆ ਨਾ, ਕਹਿੰਦੇ ਉਹ 5-7 ਦਿਨ ਸੁੱਤੇ ਹੀ ਨਹੀਂ। ਉਹਨਾਂ ਨੂੰ ਯਕੀਨ ਹੀ ਨਹੀਂ ਆਇਆ ਵੀ ਮੈਂ ਮੁੱਖ ਮੰਤਰੀ ਬਣ ਗਿਆ। ਇਸੇ ਤਰ੍ਹਾਂ ਬਹੁਤੇ ਜਿਹੜੇ 92 ਦੇ ਵਿੱਚ MLA ਨੇ, ਉਹ ਪਹਿਲਾਂ ਤਾਂ ਇਸ ਗੱਲੋਂ ਹੈਰਾਨ ਨੇ ਵੀ ਅਸੀਂ MLA ਬਣ ਗਏ ਆ, ਕੀ ਅਸੀਂ ਇਹਦੇ ਕਾਬਿਲ ਹੈਗੇ ਆ।
ਗਾਂ ਫਿਰ ਜਿਹੜੇ ਮੰਤਰੀ ਬਣੇ ਆ ਉਹਨਾਂ ਚੋਂ ਵੀ ਬਹੁਤੇ ਇਦਾਂ ਦੇ ਆ। ਈਵਨ ਮੁੱਖ ਮੰਤਰੀ ਦਾ ਹਾਲ ਮੈਨੂੰ ਤਾਂ ਬੜਾ ਤਰਸ ਆਉਂਦਾ ਉਹਦੇ ਤੇ, ਕਿ ਕਿੱਥੇ ਉਹ ਹੱਸਣ ਹਸਾਉਣ ਵਾਲਾ ਬੰਦਾ ਜਿਹੜਾ ਹੁਣ ਬਿਲਕੁਲ ਇੱਕ ਨਿਗਾਹ ਜਿਹਾ ਮੂੰਹ ਲੈ ਕੇ ਬੈਠਾ ਹੁੰਦਾ ਆਮ ਤੌਰ ਤੇ, ਜਿਹਦੇ ਤੋਂ ਸਾਫ਼ ਆ ਵੀ ਉਹਦੇ ਤੇ ਬਹੁਤ ਸਾਰੇ ਪ੍ਰੈਸ਼ਰ ਨੇ। ਸਰਕਾਰ ਦਾ ਪ੍ਰੈਸ਼ਰ ਆਪਣੇ ਥਾਂ ਆ, ਮੈਨੂੰ ਲੱਗਦਾ ਆ ਵੀ ਉਹਦੇ ਤੇ ਇਹ ਵੀ ਪ੍ਰੈਸ਼ਰ ਆ ਕਿ ਉਹਨੂੰ ਕੋਈ ਕੰਮ ਆਜ਼ਾਦੀ ਨਾਲ ਨਹੀਂ ਕਰਨ ਦਿੱਤਾ ਜਾਂਦਾ। ਸੋ ਇਹਨਾਂ ਨੂੰ ਟ੍ਰੇਨਿੰਗ ਦੇਣੀ, ਇਹਨਾਂ ਨੂੰ ਠੀਕ ਰਾਹ ਤੇ ਰੱਖਣਾ, ਇਹ ਕੰਮ ਹੁੰਦਾ ਗਿੱਲ ਸਾਹਿਬ ਪਾਰਟੀ ਦਾ ਤੇ ਬਦਕਿਸਮਤੀ ਪੰਜਾਬ ਦੇ ਲੋਕਾਂ ਦੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਂ ਦੀ ਪਾਰਟੀ ਦਾ ਕੋਈ ਢਾਂਚਾ ਹੀ ਹੈ ਨਹੀਂ। ਜੀ ਬਿਲਕੁਲ, ਔਰ ਇਹ ਸਿਚੁਏਸ਼ਨ ਲੰਬਾ ਸਮਾਂ ਨਹੀਂ ਚੱਲ ਸਕਦੀ। ਮੈਨੂੰ ਲੱਗਦਾ 5-6 ਮਹੀਨਿਆਂ 'ਚ ਉਹ ਖਹਿਰੇ ਵਾਲਾ ਐਪੀਸੋਡ ਦੁਹਰਾਇਆ ਜਾਏਗਾ, ਕੋਈ ਨਾ ਕੋਈ ਉੱਠੇਗਾ। ਮੈਨੂੰ ਤਾਂ ਲੱਗਦਾ ਭਗਵੰਤ ਮਾਨ ਦੇ ਰਹੀ ਇਸ ਪ੍ਰੈਸ਼ਰ ਥੱਲੇ ਬਹੁਤਾ ਚਿਰ ਨਹੀਂ ਰਹਿ ਸਕਣਗੇ। ਅਖੀਰ ਉਹਨਾਂ ਨੂੰ ਵੀ ਇਹ ਕਹਿਣਾ ਪੈਣਾ ਕਿ ਸਾਨੂੰ ਸਾਡੇ ਇਖਤਿਆਰ ਦਿਓ। ਅੱਛਾ, ਦੂਜੇ ਪਾਸੇ ਐਲਾਨ ਜਿਹੜੇ ਆ ਉਹ ਬੜੇ ਪਾਪੂਲਰ ਜੇ ਕੰਮ ਜਿਹੜੇ ਆ ਉਹ ਕਹੀ ਜਾਂਦੇ। ਹੁਣ ਕਹਿੰਦੇ ਆ ਬਿਜਲੀ ਵਾਲਾ ਜੇ ਮਸਲਾ ਚੱਲ ਰਿਹਾ, ਕੋਈ ਲੋਕ ਖੁਸ਼ ਨਹੀਂ ਗਏ ਕਿ ਜੇ ਤੁਸੀਂ ਵੰਡੀਆਂ ਪਾਤੀਆਂ ਜੀ, ਜਨਰਲ ਕਲਾਸ ਨੂੰ ਕਿਉਂ ਨਹੀਂ ਦਿੱਤਾ। ਮੈਨੂੰ ਤਾਂ ਉਹ 'ਚ ਏਡੀ ਬਹੁਤੀ ਗਲਤੀ ਲੱਗੀ ਨਹੀਂ। ਜਿਹੜੇ ਬੰਦੇ ਸਹਿੰਦੇ ਆ, ਜ਼ਰੂਰੀ ਨਹੀਂ ਕਿ ਉਹਨਾਂ ਸਾਰਿਆਂ ਨੂੰ ਹੀ ਜਿਹੜਾ ਉਹ ਬਿਜਲੀ ਪੂਰੀ ਮਾਫ ਕੀਤੀ ਜਾਵੇ, ਤੇ ਕਿਸੇ ਹੱਦ ਤੱਕ ਠੀਕ ਵੀ ਆ। ਪਰ ਦੂਜੇ ਪਾਸੇ ਹੁਣ ਇਹ ਕਹਿ ਰਹੇ ਆ ਕਿ ਲੋਕਾਂ ਨੂੰ ਖੁਸ਼ ਕਰ ਲਈ ਕਿ ਜੇ ਕਿਸੇ ਦੇ ਘਰ ਬਿਜਲੀ ਦਾ ਬਿੱਲ ਗਲਤ ਆ ਜਾਂਦਾ ਆ ਤੇ ਫਿਰ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਪਾਵਰਕੌਮ ਦੇ ਉੱਤੇ ਹੀ ਫਿਕਸ ਕਰਾਂਗੇ, ਗਲਤ ਬਿੱਲ ਨਹੀਂ ਕਿਸੇ ਨੂੰ ਭੇਜ ਸਕਣਗੇ। ਤੇ ਦੂਜੇ ਪਾਸੇ ਜਿਹੜੇ ਪੰਚਾਇਤ ਮੰਤਰੀ ਆ ਕੁਲਦੀਪ ਧਾਲੀਵਾਲ ਦੀ ਇੱਕ ਹੋਰ ਬੜਾ ਵੱਡਾ ਮਸਲਾ ਆ ਅਵਾਰਾ ਪਸ਼ੂਆਂ ਦਾ। ਉਹਦੇ ਬਾਰੇ ਇਹਨਾਂ 500 ਕਰੋੜ ਦੀ ਮੰਗ ਕੀਤੀ ਹੈ ਜੀ ਕੇਂਦਰ ਕੋਲੋਂ, ਸਾਨੂੰ 500 ਕਰੋੜ ਦਿਓ, ਇਹਨਾਂ ਦਾ ਪ੍ਰਬੰਧ ਕਰੀਏ ਕੋਈ। ਵੈਸੇ ਗਊ ਸੈਂਸ ਵਗੈਰਾ ਤੇ ਬਾਦਲ ਵੀ ਲਾ ਗਏ ਸੀ, ਇਹ ਕੋਈ ਹੋਰ ਸੈਂਸ, ਝੋਟਾ ਸੈਂਸ ਜਾਂ ਕੋਈ ਇੱਦਾਂ ਦਾ ਲਾ ਦੇਣ, ਮੈਨੂੰ ਪਤਾ ਨਹੀਂ। ਤੇ ਅਜੇ ਹਾਲਾਤ ਤੇ ਇੱਦਾਂ ਦੇ ਆ ਕਿ ਕੇਂਦਰ ਨੇ ਤੇ ਦੇਣਾ ਕੁਝ ਨਹੀਂ ਤੇ ਇਹ ਮੰਗੀ ਜਾਂਦੇ ਆ ਵਾਰ-ਵਾਰ। ਇਹਨਾਂ ਨੂੰ ਆਪਣੇ ਰਿਸੋਰਸਿਸ ਬਣਾਉਣ ਦੀ ਲੋੜ ਹੈ, ਉਹਦੇ ਲਈ ਕੋਈ ਨਾ ਕੁਝ ਕਰਨ ਦੀ ਲੋੜ ਹੈ। ਇਹਦੇ 'ਚ ਗੱਲ ਗਿੱਲ ਸਾਹਿਬ ਜਿਹੜੀ ਅਵਾਰਾ ਪਸ਼ੂਆਂ ਵਾਲੀ ਤੇ ਅਵਾਰਾ ਕੁੱਤਿਆਂ ਵਾਲੀ ਗੱਲ ਆ ਨਾ, ਦੇਖੋ ਜਿਹੜੀ ਆ ਨਾ ਬੇਰਹਿਮੀ ਵਾਲਾ ਇੱਕ ਮਹਿਕਮਾ ਹੁੰਦਾ ਸੀਗਾ ਪਹਿਲਾਂ, ਕਿ ਕੋਈ ਜਿਹੜਾ ਜ਼ਖਮੀ ਘੋੜਾ ਆ ਉਹ ਟਾਂਗੇ ਨੂੰ ਖਿੱਚ ਰਿਹਾ ਤੇ ਉਹਦੇ ਤੇ ਕਾਰਵਾਈ ਹੋ ਜਾਂਦੀ ਸੀਗੀ, ਉਹਨੂੰ ਬੇਰਹਿਮੀ ਦਾ ਮਹਿਕਮਾ ਕਹਿੰਦੇ ਹੁੰਦੇ ਸੀ। ਕਹਿੰਦੇ ਬੇਰਹਿਮੀ ਸੀਗੀ ਜੀ ਉਹਨਾਂ ਦੀ ਹੁੰਦੀ ਸੀ, ਪਿੰਡਾਂ ਵਾਲੇ ਉਹਨੂੰ ਬਰਮੀ ਕਹਿੰਦੇ ਹੁੰਦੇ ਸੀ। ਬਰਮੀ ਕਹਿੰਦੇ ਹੁੰਦੇ ਸੀ, ਹਾਂਜੀ ਮੈਨੂੰ ਵੀ ਯਾਦ ਹੈ। ਤੇ ਹੁਣ ਇਹ ਗੱਲ ਤਾਂ ਠੀਕ ਆ ਕਿ ਤੁਸੀਂ ਜਿਹੜਾ ਟਾਰਚਰ ਆ ਉਹ ਪਸ਼ੂਆਂ ਦੇ ਉੱਤੇ ਨਾ ਕਰੋ, ਪਰੰਤੂ ਇਹ ਵੀ ਵੇਖਣ ਵਾਲੀ ਗੱਲ ਆ ਵੀ ਜੇ ਤੁਸੀਂ ਬੇਤਹਾਸ਼ਾ ਉਹਨਾਂ ਨੂੰ ਵਧਣ ਦਿੰਦੇ ਹੋ। ਕੁੱਤੇ ਪਿੰਡਾਂ 'ਚ ਗਿੱਲ ਸਾਹਿਬ ਬੱਚਿਆਂ ਨੂੰ, ਬੰਦਿਆਂ ਨੂੰ ਦਿਨੇ ਚੁੱਕ ਕੇ ਲੈ ਜਾਂਦੇ ਨੇ, ਔਰ ਉਹ ਇੰਨੇ ਖੂੰਖਾਰ ਹੋ ਜਾਂਦੇ ਨੇ, ਉਹਨਾਂ ਦੇ ਮੂੰਹ ਨੂੰ ਲਹੂ ਇੰਨਾ ਲੱਗ ਜਾਂਦਾ ਕਿ ਬਹੁਤੇ ਪਿੰਡਾਂ ਦੇ ਵਿੱਚ ਬੱਚੇ ਜਿਹੜੇ ਨੇ ਉਹ ਘਰੋਂ ਬਾਹਰ ਨਿਕਲਣ ਤੋਂ ਡਰਦੇ ਨੇ, ਮਾਵਾਂ ਬਾਹਰ ਭੇਜਣੋਂ ਡਰਦੀਆਂ ਨੇ। ਇਸੇ ਹੀ ਤਰ੍ਹਾਂ ਜਿਹੜੇ ਅਵਾਰਾ ਪਸ਼ੂ ਨੇ, ਅਵਾਰਾ ਪਸ਼ੂ ਜਿਹੜੇ ਆ ਉਹ ਫਸਲਾਂ ਦਾ ਇੰਨਾ ਉਜਾੜਾ ਕਰਦੇ ਆ ਕਿ ਜਿਹਦਾ ਕੋਈ ਹੱਦ ਹਿਸਾਬ ਨਹੀਂ, ਔਰ ਉਹ ਜੰਗਲੀ ਹੋ ਜਾਂਦੇ ਨੇ। ਜਿਹੜੇ ਅਵਾਰਾ ਪਸ਼ੂ ਨੇ ਨਾ ਗਿੱਲ ਸਾਹਿਬ, ਜਿਹੜੇ ਅਸੀਂ ਪਾਲੇ ਹੁੰਦੇ ਆ ਨਾ, ਉਹ ਤਾਂ ਤੁਹਾਡੇ ਇਸ਼ਾਰੇ ਤੇ ਲੱਗੇ ਆ ਤੇ ਉਹ ਬਿਹੇਵ ਇਸ ਤਰ੍ਹਾਂ ਕਰਦੇ ਆ। ਜਿਹੜੇ ਅਵਾਰਾ ਪਸ਼ੂ ਤੇ ਅਵਾਰਾ ਕੁੱਤੇ ਨੇ ਨਾ, ਇਹ ਜੰਗਲੀ ਇਹਨਾਂ ਦਾ ਬਿਹੇਵ ਹੋ ਜਾਂਦਾ ਹੈਗਾ। ਸੋ ਇਹ ਬੜਾ ਵੱਡਾ ਮਸਲਾ ਆ ਤੇ ਧਾਲੀਵਾਲ ਸਾਹਿਬ ਨੇ ਮੰਗ ਕੀਤੀ ਆ। ਮੰਗ ਚੋਂ ਪੈਸਾ ਤਾਂ ਨਹੀਂ ਕੋਈ ਮਿਲਣਾ, 500 ਕਰੋੜ ਛੱਡ ਕੇ 5 ਕਰੋੜ ਵੀ ਨਹੀਂ ਗਾ ਮਿਲਣਾ, ਕਿਉਂਕਿ ਸੈਂਟਰ ਸਰਕਾਰ ਇਹ ਚਾਹੁੰਦੀ ਆ ਕਿ ਇਹ ਜਿਹੜੀ ਪੰਜਾਬ ਦੀ ਸਰਕਾਰ ਆ ਇਹ ਫੇਲ ਹੋਣੀ ਚਾਹੀਦੀ ਆ। ਉਹ ਕੋਈ ਫੈਡਰਲ ਸਿਸਟਮ ਨਹੀਂ ਹੈਗਾ ਕਿ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਰਾਜ ਸਰਕਾਰਾਂ ਦਾ ਵੀ ਖਿਆਲ ਰੱਖੇ ਜਾਂ ਪੰਜਾਬ ਦੇ ਲੋਕਾਂ ਨੂੰ ਉਹ ਦੁਸ਼ਮਣ ਟਰੀਟ ਨਾ ਕਰੇ, ਇਦਾਂ ਦੀ ਗੱਲ ਨਹੀਂ ਹੈ। ਉਹਨਾਂ ਨੇ ਕੋਈ ਇਦਾਂ ਦਾ ਕੰਮ ਨਹੀਂਗਾ ਕਰਨਾ। ਇਹ ਸੋਰਸਸ ਇਹਨਾਂ ਨੂੰ ਆਪ ਪੈਦਾ ਕਰਨੇ ਪੈਣੇ ਆ ਤੇ ਇਹਦੇ ਲਈ ਫਿਰ ਉੱਥੇ ਹੀ ਗੱਲ ਆ ਜਾਂਦੀ ਆ, ਮੁੜਕੁੜ ਖੋਤੀ ਬੋੜ ਥੱਲੇ। ਭਈ ਕੋਈ ਪਾਰਟੀ ਹੋਵੇ, ਪਾਰਟੀ ਦੀ ਕੋਈ ਨੀਤੀ ਹੋਵੇ। ਤੁਸੀਂ ਦੇਖੋ ਕਿੱਥੇ ਤਾਂ ਇਹ ਕਹਿੰਦੇ ਰਹੇ ਆ ਜੀ ਕਿ ਜਿਹੜੇ ਮੈਨੀਫੈਸਟੋ ਜਾਰੀ ਕਰਦੀਆਂ ਨਾ ਪੋਲੀਟੀਕਲ ਪਾਰਟੀਆਂ, ਉਹਨਾਂ ਦੀ ਕੋਈ ਲੀਗਲ ਸੈਂਟਿਟੀ ਹੋਵੇ, ਉਹ ਬਾਉਂਡ ਹੋਣ, ਕਾਨੂੰਨੀ ਤੌਰ ਦੇ ਉੱਤੇ ਬਾਉਂਡ ਹੋਣ, ਭਈ ਇਹ ਜਿਹੜੀਆਂ ਗੱਲਾਂ ਕਹੀਆਂ ਗਈਆਂ ਇਹ ਲਾਗੂ ਹੋਣਗੀਆਂ।
ਤੇ ਤੁਹਾਨੂੰ ਪਤਾ ਆ ਗਿੱਲ ਸਾਹਿਬ ਕਿ ਆਮ ਆਦਮੀ ਪਾਰਟੀ ਨੇ ਤਾਂ ਕੋਈ ਮੈਨੀਫੈਸਟੋ ਨਹੀਂ ਜਾਰੀ ਕੀਤਾ। ਉਹਨਾਂ ਨੇ ਤੇ ਦਿੱਲੀੋਂ ਗਰੰਟੀਆਂ। ਬੰਦਾ ਇੱਕ ਤੁਰਿਆ ਗਰੰਟੀ ਨੰਬਰ 1, ਫਿਰ ਤੁਰਿਆ ਗਰੰਟੀ ਨੰਬਰ 2। ਇਹ ਕਿਹੜਾ ਲੋਕ ਰਾਜ ਹੈ ਜੀ, ਕਿਹੜੀ ਡੈਮੋਕ੍ਰੇਸੀ ਆ ਕਿ ਜਿੱਥੇ ਤੁਸੀਂ ਜ਼ਬਾਨੀ ਕਲਾਮੀ ਗੱਲਾਂ ਕਰੀ ਜਾਂਦੇ ਹੋ ਔਰ ਗੱਲਾਂ ਵੀ ਇਹੋ ਜਿਹੀਆਂ ਕਰ ਦਿੰਦੇ ਆ। ਮਸਲਨ 1000 ਰੁਪਈਆ 18 ਸਾਲ ਤੋਂ ਉੱਪਰ ਉਮਰ ਦੀ ਹਰ ਔਰਤ ਨੂੰ ਦਿੱਤਾ ਜਾਵੇਗਾ। ਇਹਦੀ ਗਿੱਲ ਸਾਹਿਬ ਕੋਈ ਜਸਟੀਫਿਕੇਸ਼ਨ ਬਣਦੀ ਆ? ਇੱਕ ਕੋਈ ਜੱਜ ਦੀ ਕੁੜੀ ਆ, ਜੱਜ ਦੀ ਵਹੁਟੀ ਆ, ਇੱਕ ਐਮਐਲਏ ਦੀ ਵਹੁਟੀ ਆ, ਪਾਰਲੀਮੈਂਟ ਦੇ ਮੈਂਬਰ ਦੀ ਵਹੁਟੀ ਆ, ਗਜ਼ਟਡ ਅਫਸਰ ਦੀ ਵਹੁਟੀ ਆ। ਤੁਸੀਂ ਇਹ ਕਹੋ ਕਿ ਜਿਨ੍ਹਾਂ ਦੀ ਆਮਦਨ ਇਸ ਹੱਦ ਤੱਕ ਹੈਗੀ ਆ ਉਹਨਾਂ ਪਰਿਵਾਰਾਂ ਦੀਆਂ ਧੀਆਂ ਨੂੰ ਅਸੀਂ ਬੀਬੀਆਂ ਧੀਆਂ ਨੂੰ ਮਾਵਾਂ ਨੂੰ ਅਸੀਂ 1000 ਰੁਪਈਆ ਦਿਆ ਕਰਾਂਗੇ। ਉਹ ਤਾਂ ਕੋਈ ਗੱਲ ਸਮਝ ਆ ਜਾਂਦੀ ਆ। ਤੇ ਜਾਂ ਭਈ ਜਿਹੜੀ 올ਡ ਏਜ ਆ ਉਹਨਾਂ ਦੀ ਪੈਨਸ਼ਨ ਜਿਹੜੀ ਆ ਔਰਤਾਂ ਦੀ ਉਹ ਉਹਦੇ ਵਧਾ 'ਚ ਦਾਂਗੇ ਅਸੀਂ ਜਾਂ ਵਾਧਾ ਕਰਾਂਗੇ। ਇਸ ਕਿਸਮ ਦੀ ਗੱਲ ਸਮਝ ਆਉਂਦੀ ਆ ਭਈ ਤੁਸੀਂ ਹਰ 18 ਸਾਲ ਦੀ ਬਾਲਗ ਔਰਤ ਨੂੰ 1000 ਰੁਪਈਆ ਦਿਆ ਕਰੋਗੇ। ਬਿਲਕੁਲ ਸਾਹਿਬ, ਆਪਣਾ ਸਮਾਂ ਹੋ ਗਿਆ। ਸ਼ਸ਼ੀਰ ਰਾਣੇ ਫਿਰ ਵਿੱਚ ਆ ਜਾਣਾ ਤੇ ਆਪਾਂ ਬਾਕੀ ਗੱਲਾਂ ਬਾਤਾਂ ਅਗਲੇ ਪ੍ਰੋਗਰਾਮ 'ਚ ਕਰਾਂਗੇ। ਵੈਸੇ ਵਾਕਈ ਇਹ ਗੱਲ ਠੀਕ ਹੈ, ਕੋਈ ਨਿਯਮ ਜਿਹੜੇ ਤੈਅ ਕਰਨ ਲੱਗਿਆ ਕੋਈ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਕੀਤਾ ਜਾ ਸਕਦਾ। ਆਪ ਉਧਰਾਪਣ ਜਾਂ ਕੱਲੇ ਬੰਦੇ ਦੀ ਜਿਹੜੇ ਇਦਾਂ ਕਰਨਗੇ ਤੇ ਉਹਦੇ ਨਾਲ ਸਾਰਾ ਸਿਸਟਮ ਜਿਹੜਾ ਉਹ ਵੀ ਖਰਾਬ ਹੋਏਗਾ। ਭ੍ਰਿਸ਼ਟਾਚਾਰ ਮਿਟਾਉਂਦੇ ਖੁਦ ਹੀ ਇਹ ਉਲਝਣਾਂ 'ਚ ਫਸ ਜਾਣਗੇ ਕਿ ਜਿਹਨੂੰ ਸਮਝ ਨਹੀਂ ਲੱਗਣੀ ਕਿ ਚੋਂ ਨਿਕਲਿਆ ਕਿੱਦਾਂ ਜਾਵੇ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ, ਧੰਨਵਾਦ। ਥੈਂਕ ਯੂ।